2022 ਪਾਸ ਆਊਟ ਜੋ ਸਟੂਡੈਂਟ ਨੇ ਉਹਨਾਂ ਦੇ ਲਈ ਲਾਸਟ ਚਾਂਸ ਹੈ, ਬਿਕੋਜ਼ ਨਵੰਬਰ ਇਨਟੇਕ ਕਈ ਕਾਲਜਸ ਦੇ ਵਿੱਚ ਓਪਨ ਹੈ। ਆਈਡੀਅਲ ਸਿਨੈਰੀਓ ਦੀ ਗੱਲ ਕਰ ਰਹੇ ਹਾਂ ਆਪਾਂ, ਕੋਈ ਉਹ ਪੈਕੇਜ ਵਾਲੀ ਗੱਲ ਨਹੀਂ ਕਰ ਰਹੇ ਹੈਗੇ, ਆਪਾਂ ਆਈਡੀਅਲ ਸਿਨੈਰੀਓ ਦੀ ਗੱਲ ਕਰ ਰਹੇ ਹਾਂ। ਜਦੋਂ ਤੁਸੀਂ ਜਾ ਕੇ ਕਹਿ ਦਿੰਦੇ ਹੋ ਕਿ ਅਸੀਂ ਨਹੀਂ ਕੋਈ ਪੈਸਾ ਭਰਨਾ ਜੀ, ਸਾਨੂੰ ਤਾਂ ਪੈਕੇਜ ਕਰਨਾ ਹੈ, ਤੁਸੀਂ ਪੈਸੇ ਲਗਾਓ, ਫਿਰ ਏਜੰਟ ਕਿਉਂ ਦਿਖਾਊਗਾ ਜਦ ਜਿਹੜਾ ਫਾਇਦਾ ਆਉਂਦਾ ਨੁਕਸਾਨ ਹੁੰਦਾ, ਠੀਕ ਹੈ ਨਾ, ਉਹਦੇ ਵਿੱਚ ਹੀ ਤੁਸੀਂ ਫਸਦੇ ਹੋ। SOP ਫਾਈਲ ਐਪਲੀਕੇਸ਼ਨ ਫਾਰਮਸ, ਮੈਂ ਤਾਂ ਕਹਿੰਦਾ SOP ਛੱਡੋ, ਐਪਲੀਕੇਸ਼ਨ ਫਾਰਮ ਤੱਕ ਸਟੂਡੈਂਟ ਨੂੰ ਖੁਦ ਭਰਨੇ ਚਾਹੀਦੇ ਨੇ ਤਾਂ ਕਿ ਉਹਨੂੰ ਵੀ ਪਤਾ ਚੱਲੇ ਕਿ ਮੈਂ ਕਿਹੜੀ ਡਿਟੇਲ ਪਾਈ ਹੈ। ਇੱਕ ਚੱਲਦਾ ਅਕਾਊਂਟ ਹੋਵੇ, ਉਹਦੇ ਵਿੱਚ ਫੰਡ ਪਏ ਹੋਣ। ਆਸਟ੍ਰੇਲੀਅਨ ਹਾਈ ਕਮਿਸ਼ਨ ਨੂੰ ਵੀ ਲੱਗਦਾ ਹੈ ਕਿ ਹਾਂ ਯਾਰ ਮਾਲਦਾਰ ਬੰਦਾ ਹੈਗਾ, ਇਹਨੂੰ ਵੀਜ਼ਾ ਦੇਣਾ ਚਾਹੀਦਾ। ਹਰ ਇੱਕ ਚੀਜ਼ ਨੂੰ ਸਿੰਪਲ ਵੇ ਨਾਲ ਪ੍ਰੋਪਰ ਪ੍ਰੈਜ਼ੈਂਟ ਕੀਤਾ ਜਾਏ ਤੇ ਉਹਨੂੰ ਕਲੀਅਰ ਕਰਨ 'ਚ ਕੋਈ ਦਿੱਕਤ ਨਹੀਂ ਆਊਗੀ ਤੇ ਬੱਚੇ ਨੂੰ ਰਿਫਿਊਜ਼ਲ ਦਾ ਮੂੰਹ ਨਹੀਂ ਵੇਖਣਾ ਪਊਗਾ। ਤਾਂ ਕੰਪਲਾਇੰਸ ਅਗਰ ਆਪਾਂ ਪ੍ਰੋਪਰਲੀ ਫੋਲੋ ਨਹੀਂ ਕਰ ਰਹੇ ਹੈਗੇ ਤਾਂ ਕਿਸੇ ਵੀ ਟਾਈਮ ਸਟੂਡੈਂਟ ਦੇ ਉੱਪਰ ਗਾਜ ਗਿਰ ਸਕਦੀ ਆ, ਉਹ ਚਾਹੇ ਵੀਜ਼ਾ ਤੋਂ ਬਾਅਦ ਹੀ ਹੈ। ਦੇਖੋ GT ਨੂੰ ਹੁਣ ਬਣਾ ਹੀ ਇੱਕ ਹੁਆ ਦਿੱਤਾ ਗਿਆ ਹੈ। ਏਜੰਟ ਸਟੂਡੈਂਟ ਦੀ SOP ਕ੍ਰੀਏਟ ਕਰਦਾ ਹੈ, ਏਜੰਟ ਹੀ ਕਰ ਰਿਹਾ ਹੈ, ਔਰ ਸਟੂਡੈਂਟ ਨੂੰ ਦੱਸ ਦਿੱਤਾ ਜਾਂਦਾ ਕਿ ਤੁਹਾਡੀ SOP ਅਸੀਂ ਕ੍ਰੀਏਟ ਕੀਤੀ ਹੈ। ਆਸਾਨ ਜਿਹਾ ਕੋਰਸ ਹੋਏ, ਜਾਂਦੇ ਹੀ ਬੱਚੇ ਨੂੰ ਪੜ੍ਹਨਾ ਨਾ ਪਏ। ਜੇ ਪੜ੍ਹਨਾ ਹੀ ਨਹੀਂ ਪੈਣਾ ਤੇ ਫਿਰ ਤੁਸੀਂ ਉਹਨੂੰ ਸਟੱਡੀ ਵੀਜ਼ਾ ਤੇ ਭੇਜ ਕਿਉਂ ਰਹੇ ਹੋ? ਦੈਟਸ ਵਾਈ ਜਿਹੜਾ ਆਪਣਾ ਕੋਰਸ ਹੈ ਸਪੈਸ਼ਲ ਕੋਰਸ ਲਵੋ। ਇਹ ਨਹੀਂ ਹੈ ਕਿ ਸਿੰਪਲ ਜੇ ਕਿਸੇ ਕੋਰਸ ਵਿੱਚ ਅਪਲਾਈ ਕਰ ਲਓ। ਕੋਈ ਟੈਕਨੀਕਲ ਕੋਰਸ ਹੋਏ, ਸਪੈਸ਼ਲ ਕੋਰਸ ਹੋਏ ਜਿਹਦੇ ਵਿੱਚ ਤੁਸੀਂ ਆਪਣੀ ਪ੍ਰੋਫਾਈਲ ਨੂੰ ਹੋਰ ਜ਼ਿਆਦਾ ਇੰਪਰੂਵ ਕਰ ਸਕਦੇ ਹੋ। ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਦੇ ਵੀਜ਼ਾ ਫਾਈਨੈਂਸਿਸ ਕਰਕੇ ਰਿਫਿਊਜ਼ ਹੁੰਦੇ ਸੀ, ਉਹ ਵਾਲੇ ਸਟੂਡੈਂਟਸ ਜਿਹੜੇ ਹੈਗੇ ਉਹਨਾਂ ਲਈ ਚੰਗੀ ਖਬਰ ਉਮੀਦ ਹੈ ਕਿ ਆਏਗੀ ਕਿ GIC ਜਾਂ FTS ਵਰਗੀ ਕੋਈ ਨਾ ਕੋਈ ਇਨਸਟਰੂਮੈਂਟ ਆਸਟ੍ਰੇਲੀਆ ਇੰਟਰੋਡਿਊਸ ਕਰੇਗਾ। ਸਤਿ ਸ਼੍ਰੀ ਅਕਾਲ ਦੋਸਤੋ, ਗੱਲ ਆਸਟ੍ਰੇਲੀਆ ਦੀ ਕਰਨ ਲੱਗੇ ਆ। ਜਿਹੜੇ ਸਟੂਡੈਂਟ ਆਸਟ੍ਰੇਲੀਆ ਜਾਣਾ ਚਾਹੁੰਦੇ ਉਹਨਾਂ ਲਈ ਬਹੁਤ ਵਧੀਆ ਆਪਸ਼ਨਸ ਲੈ ਕੇ ਅੱਜ ਇਸ ਸ਼ੋਅ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਾ ਸਕਦੇ ਹੋ, ਕਿਉਂਕਿ ਸਾਡੇ ਨਾਲ ਖਾਸ ਤੌਰ ਤੇ ਆਸਟ੍ਰੇਲੀਆ ਤੋਂ ਮਹਿਮਾਨ ਆਏ ਹੋਏ ਨੇ। AIBT ਕਾਲਜ ਨੂੰ ਰਿਪਰੈਜ਼ੈਂਟ ਕਰ ਰਹੇ ਆ ਬੁਲੇਸ਼ ਸ਼ਰਮਾ ਜੀ ਨੇ, ਤੇ ਉਹਨਾਂ ਦੇ ਨਾਲ ਨੇ AVM ਗਲੋਬਲ ਤੋਂ ਅਮਨ ਜੀ, ਜੋ ਤੁਹਾਨੂੰ ਦੱਸਣਗੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਨਾਲ GT ਸੌਖੇ ਤਰੀਕੇ ਨਾਲ ਕਲੀਅਰ ਕਰ ਸਕਦੇ ਹੋ। ਜਦੋਂ ਤੁਸੀਂ ਫਾਈਲ ਲਾਉਣ ਲੱਗੇ ਕਿੱਥੇ ਕਿੱਥੇ ਕੀ ਕਮੀਆਂ ਛੱਡ ਦਿੰਦੇ ਹੋ ਜਿਸ ਕਰਕੇ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਡੀ ਰਿਫਿਊਜ਼ਲ ਨਾ ਆਵੇ, ਤੁਸੀਂ ਸਹੀ ਤਰੀਕੇ ਦੇ ਨਾਲ ਆਸਟ੍ਰੇਲੀਆ ਪਹੁੰਚੋ, ਆਪਣਾ ਸੁਪਨਾ ਪੂਰਾ ਕਰੋ। ਇਹ ਸ਼ੋਅ ਲੈ ਕੇ ਆਉਣ ਦਾ ਸਾਡਾ ਮਕਸਦ ਹੈ। ਤੁਹਾਨੂੰ ਖਾਸ ਤੌਰ ਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਦੋ ਗੈਸਟ ਨੇ, ਆ ਜੋ ਆਪਾਂ ਉਹਨਾਂ ਦਾ ਵੈਲਕਮ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੁਲੇਸ਼ ਸਰ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਆਪਾਂ ਸਰ ਤੋਂ ਸਵਾਲ ਲੈਂਦੇ ਹਾਂ, ਬੁਲੇਸ਼ ਸਰ ਤੋਂ, ਵੀ ਆਸਟ੍ਰੇਲੀਆ ਤੋਂ ਇਹ ਆਏ ਆ, ਖਾਸ ਤੌਰ ਤੇ ਰਿਪਰੈਜ਼ੈਂਟ ਕਰ ਰਹੇ ਆ ਕਾਲਜ ਨੂੰ। ਕਾਫੀ ਸਟੂਡੈਂਟਾਂ ਨੂੰ ਇਹ ਆਸਟ੍ਰੇਲੀਆ ਦੇ ਵਿੱਚ ਭੇਜ ਚੁੱਕੇ ਆ। ਸਰ ਕਿਸ ਤਰ੍ਹਾਂ ਦਾ ਸਿਨੈਰੀਓ ਹੈ, ਕਿਹੜੇ ਸਟੂਡੈਂਟ ਇਸ ਟਾਈਮ ਅਪਲਾਈ ਕਰ ਸਕਦੇ ਆ? ਦੇਖੋ, ਅਗਰ ਆਪਾਂ ਓਵਰਆਲ ਮਾਰਕੀਟ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਬਾਰੇ ਬਹੁਤ ਸਾਰੀਆਂ ਮਿਕਸਡ ਜਿਹੀਆਂ ਖਬਰਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਨੇ। ਇਸ ਟਾਈਮ ਅਗਰ ਦੇਖਿਆ ਜਾਵੇ 2022 ਪਾਸ ਆਊਟ ਜੋ ਸਟੂਡੈਂਟ ਨੇ ਉਹਨਾਂ ਦੇ ਲਈ ਲਾਸਟ ਚਾਂਸ ਹੈ, ਬਿਕੋਜ਼ ਨਵੰਬਰ ਇਨਟੇਕ ਕਈ ਕਾਲਜਸ ਦੇ ਵਿੱਚ ਓਪਨ ਹੈ, AIBT ਦੇ ਵਿੱਚ ਵੀ ਓਪਨ ਹੈ। ਨਵੰਬਰ ਇਨਟੇਕ ਤੋਂ ਬਾਅਦ ਜੋ 2022 ਪਾਸ ਆਊਟ ਸਟੂਡੈਂਟਸ ਨੇ ਉਹਨਾਂ ਦੇ ਲਈ ਰਾਹ ਥੋੜ੍ਹੀ ਜਿਹੀ ਮੁਸ਼ਕਿਲ ਹੋ ਜਾਏਗੀ। ਇਸ ਤੋਂ ਇਲਾਵਾ 2023 ਪਾਸ ਆਊਟ ਸਟੂਡੈਂਟ ਨੇ ਉਹ ਨਵੰਬਰ ਇਨਟੇਕ, ਦਸੰਬਰ, ਜਨਵਰੀ, ਬਿਕੋਜ਼ AIBT ਦੇ ਵਿੱਚ ਰੋਲਿੰਗ ਇਨਟੇਕਸ ਹੈਗੇ ਨੇ, ਤਾਂ ਉਹਨਾਂ ਦੇ ਲਈ ਇਨਟੇਕਸ ਅਵੇਲੇਬਲ ਨੇ। ਯੂਨੀਵਰਸਿਟੀਜ਼ ਵੀ ਸਾਰੀਆਂ ਹੱਸ ਕੇ ਲੈ ਰਹੀਆਂ ਨੇ ਅਗਰ ਉਹ ਉਹਨਾਂ ਦੇ ਕ੍ਰਾਈਟੀਰੀਆ ਨੂੰ ਫੁੱਲਫਿਲ ਕਰਦੇ ਨੇ। ਔਰ ਰਹੀ ਗੱਲ 2021 ਪਾਸ ਆਊਟ ਸਟੂਡੈਂਟਸ ਦੇ ਲਈ ਉਹਨਾਂ ਦੇ ਕੋਲੇ ਇਸ ਟਾਈਮ ਮੌਕਾ ਹੈ ਕਿ ਆਪਣਾ ਜੋ ਪ੍ਰੋਫਾਈਲ ਹੈ ਉਹਨੂੰ ਥੋੜ੍ਹਾ ਜਿਹਾ ਹੋਰ ਚਮਕਾ ਸਕਣ, ਕੁਛ ਨਾ ਕੁਛ ਕੁਆਲੀਫਿਕੇਸ਼ਨ ਐਡ ਕਰ ਲਓ ਆਪਦੇ ਪ੍ਰੋਫਾਈਲ ਦੇ ਵਿੱਚ, ਤਾਂ ਕਿ ਤੁਸੀਂ ਐਜ਼ ਅ ਕੰਟੀਨਿਊਡ ਸਟੂਡੈਂਟ ਅਪਲਾਈ ਕਰ ਸਕੋ। ਔਰ ਕੋਸ਼ਿਸ਼ ਕਰੋ ਕਿ ਤੁਸੀਂ ਕੋਈ ਨਾ ਕੋਈ ਇੰਟਰਨੈਸ਼ਨਲ ਕੁਆਲੀਫਿਕੇਸ਼ਨ ਐਡ ਕਰੋ। ਇਸ ਤਰ੍ਹਾਂ ਦੀ ਕੋਈ ਵੀ ਕੁਆਲੀਫਿਕੇਸ਼ਨ ਆਪਦੇ ਪ੍ਰੋਫਾਈਲ ਦੇ ਵਿੱਚ ਆਪਣੇ ਏਜੰਟ ਨੂੰ ਜਾਂ ਆਪਣੇ ਆਪ ਸੋਚੋ ਵੀ ਆਪਾਂ ਐਡ ਕਰ ਲਈਏ ਜਿਹੜੀ ਕੁਆਲੀਫਿਕੇਸ਼ਨ ਤੁਸੀਂ ਅਟੈਂਡ ਨਹੀਂ ਕੀਤੀ ਹੈ। ਸਿਰਫ ਉਹੀ ਕੁਆਲੀਫਿਕੇਸ਼ਨਸ ਤੁਹਾਡੇ ਕੰਮ ਆਉਣਗੀਆਂ ਜਿਹੜੀਆਂ ਤੁਸੀਂ ਆਪ ਪਰਸਨਲੀ ਅਟੈਂਡ ਕੀਤੀਆਂ ਨੇ। ਸੋ ਸਿਨੈਰੀਓ ਚਾਹੇ ਮਿਕਸਡ ਹੈ, ਉਸ ਸਿਨੈਰੀਓ ਨੂੰ ਪੋਜ਼ੀਟਿਵ ਸਿਨੈਰੀਓ ਦੇ ਵਿੱਚ ਕਨਵਰਟ ਕਰਨਾ ਸਟੂਡੈਂਟ ਦੇ ਆਪਣੇ ਹੱਥ ਦੇ ਵਿੱਚ ਹੈ। ਤੇ ਸਾਡੇ ਨਾਲ ਅਮਨ ਜੀ ਨੇ AVM ਗਲੋਬਲ ਤੋਂ। ਸਰ ਆਪਾਂ GT ਦੀ ਗੱਲ ਕਰਦੇ ਹਾਂ, ਸਟੂਡੈਂਟ ਨਾ ਬਹੁਤ ਡਰ ਜਾਂਦੇ ਆ, ਬਹੁਤ ਲੰਬਾ ਸਮਾਂ ਵੇਟ ਕਰਦੇ ਆ, GT ਕਲੀਅਰ ਨੂੰ ਬਹੁਤ ਟਾਈਮ ਲੱਗ ਰਿਹਾ। ਕੀ ਕਾਰਨ ਨੇ, ਕਿਉਂ ਸਟੂਡੈਂਟ ਨੂੰ ਇੰਨਾ ਟਾਈਮ ਲੱਗ ਰਿਹਾ, ਔਰ ਰਿਫਿਊਜ਼ਲ ਦਾ ਜਿਹੜਾ ਕਈਆਂ ਨੂੰ ਮੂੰਹ ਵੀ ਦੇਖਣਾ ਪੈ ਰਿਹਾ GT ਕਲੀਅਰ ਨਾ ਹੋਣ ਕਰਕੇ?
ਦੇਖੋ ਜੀਟੀ ਨੂੰ ਹੁਣ ਬਣਾ ਹੀ ਇੱਕ ਹੋਰ ਦਿੱਤਾ ਗਿਆ ਹੈ। ਜੀਟੀ ਇਟਸ ਅ ਜੈਨੂਅਨ ਟੈਂਪਰੇਰੀ ਐਂਟਰੈਂਸ, ਜਿਹਦੇ ਵਿੱਚ ਬੱਚੇ ਨੇ ਆਪਣੇ ਅਕੈਡਮਿਕ, ਆਪਣੇ ਫਾਈਨੈਂਸ਼ੀਅਲ ਤੇ ਉਹਨਾਂ ਨੇ ਕਿਉਂ ਜਾਣਾ ਚਾਹੁੰਦਾ ਹੈ, ਇਹ ਚੀਜ਼ ਹੀ ਉਹਨਾਂ ਨੂੰ ਕਲੀਅਰ ਕਰਨੀ ਹੈ। ਬਟ ਜਦੋਂ ਉਹਨੂੰ ਆਪਾਂ ਇੱਕ ਸਿੰਪਲ ਵੇ 'ਚ ਕਲੀਅਰ ਨਹੀਂ ਕਰ ਪਾਉਂਦੇ ਤੇ ਉਹੀ ਆਪਣੀ ਜੀਟੀ ਦੀ ਰਿਜੈਕਸ਼ਨ ਲੱਗ ਜਾਂਦੀ ਹੈ। ਜੀਟੀ ਜੇ ਤੁਸੀਂ ਕਲੀਅਰ ਈਜ਼ੀਲੀ ਕਰਾਉਣਾ ਚਾਹੁੰਦੇ ਹੋ ਤਾਂ 3 ਗੱਲਾਂ ਹੀ ਇਹਦੇ ਵਿੱਚ ਮੇਨ ਹੈ। ਇੱਕ ਆਪਾਂ ਅਕੈਡਮਿਕ ਦੀ ਗੱਲ ਕਰ ਲਈਏ, ਪਰਪਸ ਹੋ ਗਿਆ ਆਪਣਾ। ਸੈਕਿੰਡ ਫਾਈਨੈਂਸ਼ੀਅਲ ਇੱਕ ਕਹਿੰਦੇ ਆਪਾਂ ਬੈਕਬੋਨ ਆਫ ਵੀਜ਼ਾ। ਜੀਟੀ ਹਰ ਇੱਕ ਦੀ ਇੱਕ ਰੀੜ੍ਹ ਦੀ ਹੱਡੀ ਹੈ, ਇੱਕ ਜਿਹੜਾ ਫਾਈਨੈਂਸ਼ੀਅਲ ਹੈ। ਫੰਡ ਸ਼ੋਅ ਕਰਾਤਾ ਕਿੱਥੋਂ ਆਇਆ, ਸੋਰਸ ਆਫ ਇਨਕਮ ਕੀ ਹੈ, ਰਿਟਰਨ ਤੁਸੀਂ 4,80,000 4.5 ਲੱਖ, ਮਤਲਬ ਕਿ ਉਹ ਚੀਜ਼ ਭਰ ਰਹੇ ਹੋ ਜਿਹੜਾ ਕਿ 5 ਲੱਖ ਤੋਂ ਨੀਚੇ ਹੈ। ਕਿਉਂਕਿ ਇੰਡੀਆ 'ਚ ਆਪਾਂ ਨੂੰ ਪਤਾ ਕਿ 5 ਲੱਖ ਤੱਕ ਆਪਾਂ ਨੂੰ ਕੋਈ ਟੈਕਸ ਨਹੀਂ ਪੈਂਦਾ। ਹੁਣ ਆਪਾਂ ਦਿਖਾ ਤਾਂ ਰਹੇ ਹਾਂ ਵੀ ਸਾਡੀ ਸਟੇਟਮੈਂਟ 'ਚ ਜੀ 35 ਲੱਖ ਰੁਪਇਆ ਆ ਰਿਹਾ ਹੈ, ਬਿਜ਼ਨਸ ਵਧੀਆ ਹੈ। ਜੇ ਤੁਹਾਡਾ ਬਿਜ਼ਨਸ ਵਧੀਆ ਹੈ ਤੇ ਤੁਹਾਡੀ GST ਰਿਟਰਨਸ ਕਿੱਥੇ ਨੇ, ITR ਕਿੱਥੇ ਨੇ? ਜਦੋਂ ਤੱਕ ਆਪਾਂ ਪ੍ਰੋਪਰ ਡਾਕੂਮੈਂਟ ਨਹੀਂ ਲਗਾ ਪਾਉਂਦੇ, SOP ਨਹੀਂ ਪ੍ਰੋਪਰ ਕਰ ਪਾਉਂਦੇ, ਇਹੀ ਚੀਜ਼ ਹੁੰਦਾ ਕਿ ਆਪਾਂ ਨੂੰ ਰਿਫਿਊਜ਼ਲ ਦਾ ਇੱਕ ਮੂੰਹ ਵੇਖਣਾ ਪੈਂਦਾ ਹੈ। GT ਨਹੀਂ ਕਲੀਅਰ ਹੋ ਪਾਉਂਦੀ। ਜੇ ਤੁਹਾਡਾ ਏਜੰਟ ਤੁਹਾਨੂੰ ਇੱਕ ਸਿੰਪਲ ਵੇ ਦੇ ਵਿੱਚ ਸਾਰਾ ਡਾਕੂਮੈਂਟੇਸ਼ਨ ਸਮਝਾਉਂਦਾ ਹੈ ਤੇ ਤੁਸੀਂ ਵੀ ਉਹਨੂੰ ਪਹਿਲੇ ਦਿਨ ਤੋਂ ਹੀ ਤਿਆਰ ਕਰ ਲੈਂਦੇ ਹੋ। ਇਹ ਨਹੀਂ ਹੈ ਕਿ ਜਦੋਂ ਆਫਰ ਲੈਟਰ ਆਊਗਾ ਫਿਰ ਮੈਨੂੰ ਦੱਸੇ ਜਾਣਗੇ ਡਾਕੂਮੈਂਟ, ਫਿਰ ਮੈਂ ਤਿਆਰੀ ਕਰੂੰਗਾ, ਉਹਦੇ ਵਿੱਚ ਤੁਸੀਂ ਆਪਣਾ ਟਾਈਮ ਗਵਾ ਬੈਠੋਗੇ। ਕਿਉਂਕਿ ਜਿਹੜਾ ਆਫਰ ਲੈਟਰ ਆਉਂਦਾ ਹੈ ਉਹ ਇਨਟੇਕ ਤੁਹਾਡੇ ਫਾਈਲ ਲੱਗਣ ਤੋਂ 2 ਤੋਂ 3 ਮਹੀਨੇ ਦਾ ਤੁਹਾਡੇ ਵਿੱਚ ਟਾਈਮ ਹੁੰਦਾ ਹੈ। ਬਟ ਉਹੀ ਚੀਜ਼ ਹੈ, ਉਹ ਮਹੀਨੇ ਬਾਅਦ ਤਿਆਰੀ ਕਰਨ ਤੋਂ ਵਧੀਆ ਜਿਸ ਦਿਨ ਤੁਸੀਂ ਅੱਜ ਅਪਲਾਈ ਕੀਤਾ ਹੈ ਉਸੇ ਦਿਨ ਤੋਂ ਆਪਣੇ ਡਾਕੂਮੈਂਟ ਬਣਾਉਣੇ ਸਟਾਰਟ ਕਰ ਦਿਓ। ਜਿਹੜੀ ਤੁਹਾਡੀ 300 ਵਰਡ ਦੀ ਉਹ SOP ਹੈ ਉਹਦੇ ਉੱਪਰ ਵਰਕ ਕਰੋ। ਕਿਉਂਕਿ ਇਹ ਵੀ ਇੱਕ ਸਭ ਤੋਂ ਵੱਡਾ ਚੈਲੰਜ ਆ ਚੁੱਕਿਆ ਹੈ ਕਿ ਆਪਣੀ ਸਾਰੀ ਫਾਈਲ ਨੂੰ 300 ਵਰਡ ਵਿੱਚ ਸ਼ੋਅ ਕੀਤਾ ਜਾਏ। ਹਾਊ ਇਟ ਇਜ਼ ਪੋਸੀਬਲ? ਬਟ ਫਿਰ ਵੀ ਜਦੋਂ ਕਹਿੰਦੇ ਨੇ ਸ਼ਬਦਾਂ ਨੂੰ ਪਰੋ ਕੇ ਵੀ ਕਿਹੜੀ ਚੀਜ਼ ਨੂੰ ਕਿਵੇਂ ਕਲੀਅਰ ਕਰਨਾ, ਉਹ ਚੀਜ਼ ਬਹੁਤ ਇੱਕ ਮਾਇਨੇ ਰੱਖਦੀ ਹੈ। GT ਹਰ ਇੱਕ ਚੀਜ਼ ਨੂੰ ਸਿੰਪਲ ਵੇ ਨਾਲ ਪ੍ਰੋਪਰ ਪ੍ਰੈਜ਼ੈਂਟ ਕੀਤਾ ਜਾਏ ਤੇ ਉਹਨੂੰ ਕਲੀਅਰ ਕਰਨ 'ਚ ਕੋਈ ਦਿੱਕਤ ਨਹੀਂ ਆਊਗੀ ਤੇ ਬੱਚੇ ਨੂੰ ਰਿਫਿਊਜ਼ਲ ਦਾ ਮੂੰਹ ਨਹੀਂ ਵੇਖਣਾ ਪਊਗਾ। ਬੁਲੇ ਸਰ, ਜਿਵੇਂ ਸਰ ਨੇ SOP ਦੀ ਗੱਲ ਕੀਤੀ ਹੈ, SOP ਨੂੰ ਲੈ ਕੇ ਨਾ ਬੜੀਆਂ ਕਨਫਿਊਜ਼ਨ ਨੇ, ਖਾਸ ਤੌਰ ਤੇ ਸਟੂਡੈਂਟ ਨੂੰ ਲਿਖਣੀ ਚਾਹੀਦੀ ਹੈ। ਕਾਲਜ ਤਾਂ ਇਹ ਕਹਿੰਦਾ ਸਟੂਡੈਂਟ ਨੂੰ ਲਿਖਣੀ ਚਾਹੀਦੀ ਹੈ, ਪਰ ਜ਼ਿਆਦਾਤਰ ਏਜੰਟ ਆਪਣੇ ਵੱਲੋਂ ਲਿਖਦੇ ਆ, ਸਟੂਡੈਂਟ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ। ਮੈਂ ਕਿਸ ਤਰ੍ਹਾਂ ਦੇ ਨਾਲ ਕੱਲ੍ਹ ਨੂੰ ਜੇ ਉਹਦਾ ਇੰਟਰਵਿਊ ਆਉਂਦਾ ਹੈ, ਕਿਸ ਤਰ੍ਹਾਂ ਨਾਲ ਜੇ ਯੂਨੀਵਰਸਿਟੀ ਤੋਂ ਆਉਂਦਾ ਜਾਂ ਕਿਤੋਂ ਐਮਬੈਸੀ ਤੋਂ ਵੀ ਆ ਜਾਂਦਾ, ਉਹਨੂੰ ਆਪ ਨੂੰ ਪਤਾ ਨਹੀਂ ਹੁੰਦਾ। ਇਸ ਦੇ ਨਾਲ ਕੀ ਸਟੂਡੈਂਟ ਦੇ ਉਹਦੇ 'ਤੇ ਕੋਈ ਅਸਰ ਪੈਂਦਾ ਹੈ? ਰਿਫਿਊਜ਼ਲ ਆ ਸਕਦੀ ਹੈ ਉਸਦੀ ਇਸ ਦੇ ਨਾਲ? ਬਿਲਕੁਲ ਅਸਰ ਪੈਂਦਾ ਹੈ ਜੀ। ਤੁਸੀਂ ਸਹੀ ਗੱਲ ਕੀਤੀ ਹੈ ਕਿ ਕਾਲਜ ਕਹਿੰਦਾ ਹੈ ਕਿ ਜੋ SOP ਹੈ ਸਟੂਡੈਂਟ ਨੂੰ ਆਪ ਲਿਖਣੀ ਚਾਹੀਦੀ ਹੈ। ਅਗਰ ਤੁਸੀਂ ਦੇਖਿਆ ਹੋਵੇ SOP ਦੇ ਥੱਲੇ ਸਟੂਡੈਂਟ ਸਿਗਨੇਚਰਸ ਵੀ ਕਰਦਾ ਹੈ। ਇੱਕ ਸਟੇਟਮੈਂਟ ਆਫ ਪਰਪਸ ਹੈ, ਦੈਟ ਇਜ਼ ਫਰਮ ਦਾ ਸਟੂਡੈਂਟ, ਦੈਟ ਇਜ਼ ਨਾਟ ਫਰਮ ਦਾ ਏਜੰਟ। ਏਜੰਟ ਦਾ ਕੀ ਕੰਮ ਹੁੰਦਾ ਹੈ? ਏਜੰਟ ਦਾ ਕੰਮ ਹੁੰਦਾ ਹੈ ਸਟੂਡੈਂਟ ਨੂੰ ਹੈਲਪ ਕਰਨਾ, ਉਹ SOP ਕ੍ਰੀਏਟ ਕਰਨ ਦੇ ਲਈ ਹੁੰਦਾ। ਅੱਜ ਕੱਲ੍ਹ ਹੋ ਕੀ ਰਿਹਾ ਹੈ ਮਾਰਕੀਟ ਦੇ ਵਿੱਚ, ਸਟੂਡੈਂਟ ਜਾਂਦਾ ਹੈ ਏਜੰਟ ਕੋਲੇ, ਆਪਣੇ ਡਾਕੂਮੈਂਟ ਦਿੰਦਾ ਹੈ। ਆਪਾਂ ਇੱਕ ਆਈਡੀਅਲ ਸਿਨੈਰੀਓ ਦੀ ਗੱਲ ਕਰ ਰਹੇ ਹਾਂ, ਆਪਾਂ ਕੋਈ ਉਹ ਪੈਕੇਜ ਵਾਲੀ ਗੱਲ ਨਹੀਂ ਕਰ ਰਹੇ ਹੈਗੇ, ਆਪਾਂ ਆਈਡੀਅਲ ਸਿਨੈਰੀਓ ਦੀ ਗੱਲ ਕਰ ਰਹੇ ਹਾਂ। ਪੈਕੇਜ ਹੀ ਹੋ ਗਿਆ ਨਾ। ਤਾਂ ਪੈਕੇਜ ਆਈਡੀਅਲ ਸਿਨੈਰੀਓ ਦੇ ਵਿੱਚ ਵੀ ਸਟੂਡੈਂਟ ਜਾਂਦਾ ਹੈ ਏਜੰਟ ਕੋਲੇ, ਆਪਣੇ ਡਾਕੂਮੈਂਟਸ ਦਿੰਦਾ ਹੈ, ਆਪਦੇ ਰਿਕੁਆਇਰਮੈਂਟ ਦੱਸਦਾ ਹੈ, ਏਜੰਟ ਕੁਛ ਨਾ ਕੁਛ ਆਪਸ਼ਨ ਦਿੰਦਾ ਹੈ। ਉਹਨਾਂ ਆਈਡੀਅਲ ਸਿਨੈਰੀਓਜ਼ ਦੇ ਵਿੱਚ ਵੀ ਏਜੰਟ ਸਟੂਡੈਂਟ ਦੀ SOP ਕ੍ਰੀਏਟ ਕਰਦਾ ਹੈ, ਏਜੰਟ ਹੀ ਕਰ ਰਿਹਾ ਹੈ, ਔਰ ਸਟੂਡੈਂਟ ਨੂੰ ਦੱਸ ਦਿੱਤਾ ਜਾਂਦਾ ਕਿ ਤੁਹਾਡੀ SOP ਅਸੀਂ ਕ੍ਰੀਏਟ ਕੀਤੀ ਹੈ। ਔਰ ਮਾਰਕੀਟ ਦੇ ਵਿੱਚ ਕੀ ਹੈ, ਨਹੀਂ ਬਹੁਤੀਆਂ ਥਾਵਾਂ ਤੇ ਸਟੂਡੈਂਟ ਨੂੰ ਪੜ੍ਹਾਈ ਵੀ ਨਹੀਂ ਜਾਂਦੀ SOP। ਕੀ ਇਹ ਤੁਸੀਂ ਚਲੋ ਐਜ਼ ਏ ਕੰਸਲਟੈਂਟ ਕੰਮ ਕਰ ਰਹੇ ਹੋ, ਕਿ ਤੁਸੀਂ SOP ਹਰੇਕ ਸਟੂਡੈਂਟ ਨੂੰ ਪੜ੍ਹਾਉਂਦੇ ਹੋ ਆਪਣੀ? ਬਿਲਕੁਲ, ਅਸੀਂ ਹਰ ਇੱਕ ਸਟੂਡੈਂਟ ਨੂੰ ਪੜ੍ਹਾਈ ਦੀ, ਉਹਨਾਂ ਦੇ ਸਾਈਨ ਵੀ ਕਰਵਾਈ ਦੇ ਨੇ। ਉਸ ਤੋਂ ਬਾਅਦ ਜਦੋਂ ਅਸੀਂ ਫਾਈਲ ਲੌਗਇਨ ਕਰਦੇ ਆ, ਉਹ ਵੀ ਅਸੀਂ ਸਟੂਡੈਂਟ ਨੂੰ ਸਾਹਮਣੇ ਬਿਠਾ ਕੇ ਕਰਾਈ ਜਾਂਦੀ ਹੈ। ਤੇ ਤੁਸੀਂ ਕਹਿੰਦੇ ਕਈ ਏਜੰਟ ਹੈ ਜਿਹੜੇ ਨਹੀਂ ਪੜ੍ਹਾਉਂਦੇ, ਉਹਦੇ 'ਚ ਮੈਂ ਨਹੀਂ ਮੰਨਦਾ ਕਿ ਏਜੰਟ ਦਾ ਕਸੂਰ ਹੈ। ਉਹਦੇ 'ਚ ਜਿਹੜੇ ਸਟੂਡੈਂਟ ਹੈ ਉਹਨਾਂ ਦਾ ਕਸੂਰ ਹੈ, ਉਹਨਾਂ ਦੇ ਪੇਰੈਂਟਸ ਦਾ ਕਸੂਰ ਹੈ। ਜਦੋਂ ਤੁਸੀਂ ਜਾ ਕੇ ਕਹਿ ਦਿੰਦੇ ਹੋ ਕਿ ਅਸੀਂ ਨਹੀਂ ਕੋਈ ਪੈਸਾ ਭਰਨਾ ਜੀ, ਸਾਡਾ ਤਾਂ ਪੈਕੇਜ ਕਰਨਾ ਹੈ, ਤੁਸੀਂ ਪੈਸੇ ਲਗਾਓ, ਫਿਰ ਏਜੰਟ ਕਿਉਂ ਦਿਖਾਊਗਾ ਜਦ ਜਿਹੜਾ ਫਾਇਦਾ ਹੁੰਦਾ, ਨੁਕਸਾਨ ਹੁੰਦਾ, ਠੀਕ ਹੈ ਨਾ, ਉਹਦੇ ਵਿੱਚ ਹੀ ਤੁਸੀਂ ਫਸਦੇ ਹੋ। ਤੁਹਾਡਾ ਪ੍ਰੋਫਾਈਲ ਹੈ, ਕੋਈ ਤੁਸੀਂ ਚੀਜ਼ ਨਹੀਂ ਕਿਸੇ ਨੂੰ ਦੇ ਰਹੇ, ਆਪਣਾ ਫਿਊਚਰ ਦੇ ਰਹੇ ਹੋ। ਪੈਕੇਜ ਦੇ ਚੱਕਰਾਂ 'ਚ ਨਾ ਪਾਓ। ਕੋਈ ਵੀ ਡਾਕੂਮੈਂਟ ਤੁਸੀਂ ਲਗਾ ਰਹੇ ਹੋ ਹਾਈ ਕਮਿਸ਼ਨ 'ਚ, ਖੁਦ ਚੈੱਕ ਕਰੋ ਕਿ ਮੇਰੀ ਫਾਈਲ 'ਚ ਕੋਈ ਇਹੋ ਜਿਹਾ ਡਾਕੂਮੈਂਟ ਤਾਂ ਨਹੀਂ ਲੱਗਾ ਜਿਹੜਾ ਮੈਂ ਨਹੀਂ ਦਿੱਤਾ। SOP ਹੈ, ਖੁਦ ਲਓ ਕਾਪੀ, ਸਾਈਨ ਕਰੋ, ਪੜ੍ਹੋ। ਕਿਸੇ ਚੀਜ਼ ਤੁਹਾਨੂੰ ਲੱਗਦਾ ਗਲਤ ਹੈ, ਕਿਉਂਕਿ ਦੇਖੋ ਜਿਹੜੀ ਤੁਹਾਡੀ ਪਰਸਨਲ ਇਨਫੋਰਮੇਸ਼ਨ ਆ ਉਹ ਸਿਰਫ ਤੁਹਾਨੂੰ ਪਤਾ ਹੈ, ਉਹ ਕਿਸੇ ਦੂਸਰੇ ਬੰਦੇ ਨੂੰ ਨਹੀਂ ਪਤਾ। ਉਹੀ ਚੀਜ਼ ਜਦੋਂ ਗਲਤ ਵਿੱਚ ਐਡ ਔਨ ਕਰ ਦਿੱਤੀ ਜਾਏਗੀ, ਉਹ ਮਿਸਮੈਚ ਹੋ ਜਾਂਦੀ ਹੈ, ਜਿਹਦੇ 'ਚ ਆਪਾਂ ਨੂੰ ਰਿਫਿਊਜ਼ਲ ਦਾ ਮੂੰਹ ਵੇਖਣਾ ਪੈਂਦਾ ਹੈ। SOP, ਫਾਈਲ, ਐਪਲੀਕੇਸ਼ਨ ਫਾਰਮ, ਮੈਂ ਤਾਂ ਕਹਿੰਦਾ SOP ਛੱਡੋ, ਐਪਲੀਕੇਸ਼ਨ ਫਾਰਮ ਤੱਕ ਸਟੂਡੈਂਟ ਨੂੰ ਖੁਦ ਭਰਨੇ ਚਾਹੀਦੇ ਨੇ, ਤਾਂ ਕਿ ਉਹਨੂੰ ਵੀ ਪਤਾ ਚੱਲੇ ਕਿ ਮੈਂ ਕਿਹੜੀ ਡਿਟੇਲ ਪਾਈ ਹੈ। ਕਿਉਂਕਿ ਇੱਥੋਂ ਜਾ ਕੇ ਜਦੋਂ ਉਹਨੇ ਅੱਗੇ ਵੀਜ਼ਾ ਕਨਵਰਟ ਕਰਵਾਉਣਾ ਹੈ, ਐਕਸਟੈਂਡ ਕਰਨਾ ਹੈ, PR ਅਪਲਾਈ ਕਰਨੀ ਹੈ, ਜਦੋਂ ਤੱਕ ਉਹਨੂੰ ਬੇਸਿਕ ਇਨਫੋਰਮੇਸ਼ਨ ਨਹੀਂ ਪਤਾ ਹੋਊਗੀ, ਅੱਗੇ ਜਾ ਕੇ ਉਹਨੂੰ ਬਹੁਤ ਟਰਬਲ ਵੇਖਣੀ ਪੈਣੀ ਹੈ।
ਜਿਵੇਂ ਭਾਜੀ ਨੇ ਗੱਲ ਕੀਤੀ ਹੈ ਵੀ ਫੰਡਸ ਨੂੰ ਲੈ ਕੇ ਜਾਂ ਆਪਣਾ ਜਦੋਂ ਆਪਾਂ ਇਦਾਂ ਕਹਿ ਦਿੰਦੇ ਆ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਣੇ ਆ, ਔਰ ਉਸ ਦੇ ਵਿੱਚ ਕਾਫੀ ਜ਼ਿਆਦਾ ਲੁਕਵੀਆਂ ਗੱਲਾਂ ਹੁੰਦੀਆਂ ਜਾਂ ਤੁਹਾਨੂੰ ਨਹੀਂ ਪਤਾ ਲੱਗਦੀਆਂ। ਆਪਾਂ ਸਰ ਤੋਂ ਜਾਣਦੇ ਹਾਂ। ਬੁਲੇ ਸਰ, ਅੱਗੇ ਜਾ ਕੇ ਸਟੂਡੈਂਟ ਨੂੰ ਇਸ ਦੇ ਨਾਲ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਸਕਦੀਆਂ PR ਦੇ ਲਈ, ਜਾਂ ਅੱਗੇ ਵੀਜ਼ਾ ਐਕਸਟੈਂਡ ਕਰਾਉਣਾ ਉਹਨੇ ਸਟੱਡੀ ਦੇ ਲਈ ਵੀ ਫਰਦਰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਸਕਦੀਆਂ? ਦੇਖੋ, ਆਪਾਂ ਆਏ ਦਿਨ ਇਹ ਸੁਣਦੇ ਹਾਂ ਕਿ ਆਸਟ੍ਰੇਲੀਆ ਨੇ 600 ਸਟੂਡੈਂਟਸ ਡਿਪੋਰਟ ਕਰਤੇ ਜਾਂ ਕੈਨੇਡਾ ਨੇ 700 ਸਟੂਡੈਂਟਸ ਡਿਪੋਰਟ ਕਰਤੇ, ਔਰ ਉਹ ਸਟੂਡੈਂਟ ਵੀਜ਼ਾ ਮਿਲਣ ਤੋਂ ਬਾਅਦ ਦੀਆਂ ਗੱਲਾਂ ਨੇ ਜਿਹੜੇ ਉਹ ਡਿਪੋਰਟ ਕੀਤੇ ਜਾਂਦੇ ਨੇ। ਕਿਉਂਕਿ ਆਸਟ੍ਰੇਲੀਆ ਇੱਕ ਇਸ ਤਰ੍ਹਾਂ ਦੀ ਕੰਟਰੀ ਹੈ ਕਿ ਜਿਹਦੇ ਵਿੱਚ ਜੋ ਕੰਪਲਾਇੰਸ ਹੈ, ਦਿਸ ਇਜ਼ ਵਨ ਆਫ ਦਾ ਸਟਰੋਂਗੈਸਟ ਇਨ ਦਾ ਵਰਲਡ। ਤਾਂ ਕੰਪਲਾਇੰਸ ਅਗਰ ਆਪਾਂ ਪ੍ਰੋਪਰਲੀ ਫੋਲੋ ਨਹੀਂ ਕਰ ਰਹੇ ਹੈਗੇ ਤਾਂ ਕਿਸੇ ਵੀ ਟਾਈਮ ਸਟੂਡੈਂਟ ਦੇ ਉੱਪਰ ਗਾਜ ਗਿਰ ਸਕਦੀ ਆ, ਉਹ ਚਾਹੇ ਵੀਜ਼ਾ ਤੋਂ ਬਾਅਦ ਹੀ ਹੈ। ਇਸ ਲਈ ਜਿਵੇਂ ਅਮਨ ਜੀ ਨੇ ਕਿਹਾ ਹੈ ਕਿ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਉਹਦੇ ਕੀ ਡਾਕੂਮੈਂਟ ਲੱਗ ਰਹੇ ਨੇ, ਔਰ ਉਹ ਡਾਕੂਮੈਂਟ ਜਿੰਨੇ ਵੀ ਹੈਗੇ ਨੇ, ਮੈਂ ਆਪਣੀ ਗੱਲ ਨੂੰ ਇੱਕ ਵਾਰ ਫੇਰ ਰਿਪੀਟ ਕਰ ਰਿਹਾ ਹੈ, ਉਹੀ ਡਾਕੂਮੈਂਟਸ ਲਗਾਓ ਜਿਹੜੇ ਤੁਹਾਡੇ ਜੈਨੂਇਨ ਡਾਕੂਮੈਂਟਸ ਨੇ। ਰਹੀ ਗੱਲ ਫੰਡਸ ਦੀ, ਫੰਡਸ ਦੇ ਵਿੱਚ ਕੀ ਹੁੰਦਾ ਹੈ ਕਿ ਜ਼ਿਆਦਾਤਰ ਕੇਸਿਸ ਦੇ ਵਿੱਚ ਇਹ ਹੁੰਦਾ ਹੈ ਕਿ ਬੱਚੇ ਫੰਡਸ ਅਰੇਂਜ ਵੀ ਕਰ ਲੈਂਦੇ ਨੇ। ਚਾਹੇ ਆਪਾਂ ਇੱਕ ਆਈਡੀਅਲ ਸਿਨੈਰੀਓ ਦੀ ਗੱਲ ਕਰਦੇ ਹਾਂ, ਬੱਚੇ ਫੰਡਸ ਅਰੇਂਜ ਕਰ ਲੈਂਦੇ ਨੇ। ਪਤਾ ਨਹੀਂ ਕੀ ਡਰ ਹੈ ਪੰਜਾਬੀਆਂ ਦੇ ਮਨ ਦੇ ਵਿੱਚ, ਕੀ ਹੁੰਦਾ ਜਿਹੜੇ ਅਕਾਊਂਟ ਦੇ ਵਿੱਚ ਫੰਡਸ ਪਏ ਨੇ, ਨਾ ਆਪਾਂ ਇਹ ਨਹੀਂ ਛੇੜਨਾ, ਤਾਂ ਉਹ ਅਕਾਊਂਟ ਨੂੰ ਛੇੜਦੇ ਹੀ ਨੇ। ਆਸਟ੍ਰੇਲੀਅਨ ਹਾਈ ਕਮਿਸ਼ਨ ਕਹਿੰਦਾ ਇਹ ਤਾਂ ਸਾਨੂੰ ਦਿਖਾਉਣ ਦੇ ਲਈ ਫੰਡ ਰੱਖੇ ਹੋਏ ਨੇ। ਇੱਕ ਚੱਲਦਾ ਅਕਾਊਂਟ ਹੋਵੇ, ਉਹਦੇ ਵਿੱਚ ਫੰਡ ਪਏ ਹੋਣ, ਆਸਟ੍ਰੇਲੀਅਨ ਹਾਈ ਕਮਿਸ਼ਨ ਨੂੰ ਵੀ ਲੱਗਦਾ ਹੈ ਕਿ ਹਾਂ ਯਾਰ ਮਾਲਦਾਰ ਬੰਦਾ ਹੈਗਾ, ਇਹਨੂੰ ਵੀਜ਼ਾ ਦੇਣਾ ਚਾਹੀਦਾ, ਸਾਡਾ ਵੀ ਕੁਝ ਫਾਇਦਾ ਕਰੂਗਾ। ਸੋ ਇਹ ਦੋ ਚੀਜ਼ਾਂ ਨੇ ਧਿਆਨ 'ਚ ਰੱਖਣ ਵਾਲੀਆਂ ਨੇ ਜੀ। ਸਰ, ਕਈ ਵਾਰੀ ਨਾ ਸਟੂਡੈਂਟ ਦੇ ਇਮੀਗ੍ਰੇਸ਼ਨ ਐਕਟ ਵੀ ਲੱਗਦਾ, ਬੈਨ ਹੋ ਜਾਂਦੇ ਆ ਸਟੂਡੈਂਟ, ਖਾਸ ਤੌਰ ਤੇ ਉੱਥੇ ਕਿਹਦਾ ਜ਼ਿਆਦਾ ਰੋਲ ਹੁੰਦਾ ਹੈ, ਕੰਸਲਟੈਂਟ ਦਾ ਕਿੰਨਾ ਰੋਲ ਹੈ? ਜਿਹੜਾ ਤਾਂ ਆਪਾਂ ਇਮੀਗ੍ਰੇਸ਼ਨ ਐਕਟ ਦੇ ਅਕੋਰਡਿੰਗ ਰਿਫਿਊਜ਼ਲ ਦੀ ਗੱਲ ਕਰਦੇ ਆ, ਠੀਕ ਹੈ ਨਾ, ਉਹਦੇ ਵਿੱਚ ਤਾਂ ਇਹ ਚੀਜ਼ ਆ ਜਾਂਦਾ ਹੈ ਕਿ ਜਦੋਂ ਆਪਾਂ ਡਾਕੂਮੈਂਟ ਦਿੱਤੇ ਹਾਈ ਕਮਿਸ਼ਨ ਨੂੰ ਵੈਰੀਫਾਈ ਕਰਨ ਵਾਸਤੇ ਆ ਵੀਜ਼ਾ ਅਪਲਾਈ ਕੀਤਾ ਹੈ, ਉਹਦੇ 'ਚ ਫਾਈਨੈਂਸ਼ੀਅਲ, ਕਿਉਂਕਿ ਇੱਕ ਆਪਾਂ ਦੇਖਦੇ ਹਾਂ ਵੀ ਜਿਹੜੇ ਬੱਚੇ ਦੇ ਇੰਡੀਅਨ ਸਰਕਮਸਟੈਂਸਿਸ ਨੇ, ਕੰਡੀਸ਼ਨ ਇਹੋ ਜਿਹੀ, ਸਾਨੂੰ ਨਹੀਂ ਲੱਗਦਾ ਕਿ ਬੱਚਾ ਉੱਥੇ ਸਿਰਫ ਪੜ੍ਹਨ ਵਾਸਤੇ ਆ ਰਿਹਾ। ਇਹ ਸਭ ਤੋਂ ਵੱਡੀ ਲਾਈਨ ਦਿੱਤੀ ਜਾਂਦੀ ਹੈ। ਉਹਦੇ ਵਿੱਚ ਕੀ ਹੈ, ਜਿਹੜੇ ਆਪਾਂ ਫਾਈਨੈਂਸ਼ੀਅਲ ਸ਼ੋ ਕਰਤੇ, ਹੁਣ ਬਿਜ਼ਨਸ ਆਪਾਂ ਬਿਜ਼ਨਸ ਲਗਾਤਾ, ਬਿਜ਼ਨਸ ਨੂੰ ਪ੍ਰੂਫ ਕਿਵੇਂ ਕਰ ਰਹੇ ਹੋ ਕਿ ਬਿਜ਼ਨਸ ਤੁਹਾਡਾ ਹੈ। ਹੁਣ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਆਪਾਂ ਕਰ ਲਈਏ, ਇੰਡੀਆ ਦੀ ਗੱਲ ਕਰ ਲਈਏ, ਇੰਡੀਆ ਪੂਰਾ ਡਿਜੀਟਲਾਈਜ਼ ਹੈ, ਠੀਕ ਹੈ ਨਾ। ਕੋਈ ਆਪਾਂ ਬਿਜ਼ਨਸ ਕਰਦੇ ਹਾਂ, ਹਰ ਇੱਕ ਬਿਜ਼ਨਸ ਦੇ ਵਿੱਚ ਸਵਾਈ ਮਸ਼ੀਨ ਹੈ, GST ਨੰਬਰ ਹੈ। ਜੇ ਤੁਹਾਡੇ ਕੋਲ GST ਨੰਬਰ ਹੈ, GST ਦੀ ਰਿਟਰਨਸ ਕਿੱਥੇ ਆ, ਉਹ ਆਪਾਂ ਟੈਸਟ ਕਿਉਂ ਨਹੀਂ ਕੀਤੀ। ਜੇ ਤੁਹਾਡੇ ਆ ਬਿਜ਼ਨਸ ਹੈ, ਉਹਦੇ 'ਚ ਡੇਲੀ ਪੈਸਾ ਆਉਂਦਾ ਵੀ, ਇਹ ਜਾਂਦਾ ਵੀ, ਉਹ ਕਰੰਟ ਜਿਹੜਾ ਅਕਾਊਂਟ ਹੈ ਉਹਦੀ ਸਟੇਟਮੈਂਟ ਆਪਾਂ ਐਡ ਆਨ ਨਹੀਂ ਕੀਤੀ। ਇਹ ਚੀਜ਼ਾਂ ਜਿਹੜਾ ਆਪਾਂ ਨੂੰ ਰਿਫਿਊਜ਼ਲ ਦੇ ਕਹਿੰਦੇ ਵੀ ਆ ਸਰਕਮਸਟੈਂਸਿਸ ਲੱਗਦੇ ਜੀ, ਇਮੀਗ੍ਰੇਸ਼ਨ ਐਕਟ ਦੇ ਅੰਡਰ ਆਪਣੀ ਰਿਫਿਊਜ਼ਲ ਆਈ ਹੈ। ਦੂਸਰੀ ਚੀਜ਼ ਕੋਰਸ ਚੂਜ਼ ਦਾ, ਹੁਣ ਕਾਫੀ ਬੱਚੇ ਕੀ ਕਰਦੇ ਨੇ, ਉਹੀ ਚੀਜ਼ ਆਪਾਂ ਜਿਹੜੀ ਡਿਸਕਸ ਕੀਤੀ ਸੀ ਪਿੱਛੇ ਬੈਠੇ ਦੇ ਵੀ ਆਸਾਨ ਜਿਹਾ ਕੋਰਸ ਹੋਏ, ਜਾਂਦੇ ਹੀ ਬੱਚੇ ਨੂੰ ਪੜ੍ਹਨਾ ਨਾ ਪਏ। ਜੇ ਪੜ੍ਹਨਾ ਹੀ ਨਹੀਂ ਪੈਣਾ ਤੇ ਫਿਰ ਤੁਸੀਂ ਉਹਨੂੰ ਸਟੱਡੀ ਵੀਜ਼ਾ ਤੇ ਭੇਜ ਕਿਉਂ ਰਹੇ ਹੋ? ਦੇਖੋ, ਜਿੰਨਾ ਆਸਾਨ ਕੋਰਸ, ਮਤਲਬ ਕਿ ਜਿਹੜਾ ਕੋਰਸ ਇੰਡੀਆ 'ਚ ਈਜ਼ੀਲੀ ਅਵੇਲੇਬਲ ਹੋਏਗਾ, ਉਹਦੇ ਵਿੱਚ ਤਾਂ ਤੁਹਾਨੂੰ ਰਿਫਿਊਜ਼ਲ ਵੇਖਣੀ ਪਊਗੀ, ਕਿਉਂਕਿ ਹਾਈ ਕਮਿਸ਼ਨ ਵੀ ਕਹਿੰਦੀ ਹੈ ਜਿਹੜਾ ਕੋਰਸ ਤੁਸੀਂ ਇੰਡੀਆ 'ਚ 10-20 ਹਜ਼ਾਰ 50,000 'ਚ ਕਰ ਸਕਦੇ ਹੋ, ਲੱਖ ਰੁਪਏ 'ਚ ਕਰ ਸਕਦੇ ਹੋ, ਉਸੇ ਕੋਰਸ ਵਾਸਤੇ ਤੁਸੀਂ ਆਸਟ੍ਰੇਲੀਆ ਨੂੰ 7-8 ਲੱਖ ਰੁਪਏ ਕਿਉਂ ਦੇ ਰਹੇ ਹੋ? ਦੈਟਸ ਵਾਈ ਜਿਹੜਾ ਆਪਣਾ ਕੋਰਸ ਹੈ, ਸਪੈਸ਼ਲ ਕੋਰਸ ਲਵੋ। ਇਹ ਨਹੀਂ ਹੈ ਕਿ ਸਿੰਪਲ ਜੇ ਕਿਸੇ ਕੋਰਸ ਵਿੱਚ ਅਪਲਾਈ ਕਰ ਲਓ। ਕੋਈ ਟੈਕਨੀਕਲ ਕੋਰਸ ਹੋਏ, ਸਪੈਸ਼ਲ ਕੋਰਸ ਹੋਏ, ਜਿੰਦੇ ਵਿੱਚ ਤੁਸੀਂ ਆਪਣੀ ਪ੍ਰੋਫਾਈਲ ਨੂੰ ਹੋਰ ਜ਼ਿਆਦਾ ਇੰਪਰੂਵ ਕਰ ਸਕਦੇ ਹੋ। ਤੇ ਆਪਾਂ ਬੈਨ ਦੀ ਗੱਲ ਕਰਦੇ ਹਾਂ, ਬੈਨ ਉਦੋਂ ਲੱਗਦਾ ਜਦੋਂ ਆਪਣੀ ਫੇਕ ਡਾਕੂਮੈਂਟ ਲੱਗਦੇ ਨੇ, ਬੋਗਸ ਡਾਕੂਮੈਂਟ ਲੱਗਦੇ ਨੇ। ਆਪਾਂ ਅਪਲਾਈ ਕਰਤਾ, ਸਟੇਟਮੈਂਟ ਆਪਣੀ ਨਹੀਂ ਹੈਗੀ, ਫੇਕ ਲਗਾਤੀ, ਉਸ ਤੋਂ ਬਾਅਦ ਡਾਕੂਮੈਂਟ ਹੈ ਉਹ ਟੈਂਪਰਿੰਗ ਕਰਕੇ ਲਗਾਤੇ। ਇਹਦੇ ਵਿੱਚ ਸਿੱਧਾ ਏਜੰਟ ਦਾ ਹੀ ਕਸੂਰ ਹੁੰਦਾ ਹੈ। ਰੀਜ਼ਨ ਕੀ ਹੈ? ਕਿਉਂਕਿ ਫਾਈਲ ਅੰਬੈਸੀ ਏਜੰਟ ਲਗਾ ਰਿਹਾ ਹੈ, ਕੋਈ ਇੱਕ ਸਟੂਡੈਂਟ ਨਹੀਂ ਲਗਾ ਰਿਹਾ। ਬੱਚੇ ਤੋਂ ਕੋਈ ਚੀਜ਼ ਮੰਗੋਗੇ, ਬੱਚਾ ਮੋਰ ਦੈਨ 80% ਸਾਰੀ ਜੈਨੂਇਨ ਚੀਜ਼ ਹੀ ਦੇਊਗਾ, ਕਿਉਂਕਿ ਬੱਚੇ ਨੂੰ ਡਰ ਹੈ ਕਿ ਜੇ ਮੈਂ ਕੁਝ ਨਕਲੀ ਚੀਜ਼ ਦਿੱਤੀ ਮੇਰਾ ਬੈਨ ਹੋ ਜਾਊਗਾ। ਬਟ ਏਜੰਟ ਨੂੰ ਕੀ ਹੈ, ਜਦੋਂ ਤੁਸੀਂ ਪੈਕੇਜ ਕਰ ਲੈਂਦੇ ਹੋ, ਉਹਨੂੰ ਤਾਂ ਇਹ ਹੈ ਕਿ ਵੀ ਨਹੀਂ ਯਾਰ ਮੈਂ ਤਾਂ ਵੀਜ਼ਾ ਲੈਣਾ, ਜਾਏ ਮਰਜ਼ੀ ਲੈਣਾ। ਉਹਦੇ ਵਿੱਚ ਜਿਹੜਾ ਰਿਫਿਊਜ਼ਲ ਲੱਗਦੀ ਹੈ, ਬੈਨ ਲੱਗਦੀ, ਉਹ ਬੱਚੇ 'ਤੇ ਲੱਗਦਾ ਹੈ। ਇਹ ਇਸ ਕਰਕੇ ਕੋਈ ਵੀ ਡਾਕੂਮੈਂਟ ਹੈ ਵਿਦਾਊਟ ਵੈਰੀਫਾਈ ਕਰਵਾਏ ਡਾਕੂਮੈਂਟ ਲੌਗਇਨ ਨਾ ਕਰਵਾਓ ਆਪਣਾ। ਬਟ ਉਹੀ ਗੱਲ ਹੈ, ਜਦੋਂ ਤੁਸੀਂ ਪੈਕੇਜ ਕਰੋਗੇ ਤੁਹਾਡੇ ਕੋਲ ਹੱਕ ਹੀ ਨਹੀਂ ਹੈ ਪੁੱਛਣ ਦਾ ਵੀ ਮੇਰਾ ਕਿਹੜਾ ਡਾਕੂਮੈਂਟ ਲਗਾਇਆ, ਕੀ SOP 'ਚ। ਤੁਹਾਨੂੰ ਏਜੰਟ ਸਿੱਧਾ ਹੀ ਕਹੂਗਾ ਜੀ ਤੁਹਾਨੂੰ ਕੀ ਲੈਣਾ ਦੇਣਾ, ਵੀਜ਼ਾ ਪੈਸੇ ਉਦੋਂ ਲਊਂਗਾ ਜਦੋਂ ਵੀਜ਼ਾ ਦਊਂਗਾ। ਬਟ ਇਹੀ ਚੀਜ਼ ਹੈ ਜਿਹੜਾ ਤੁਹਾਡੇ ਪ੍ਰੋਫਾਈਲ ਨੂੰ ਨਾਸ ਮਾਰਦੀ ਹੈ। ਬੁਲੇ ਸਰ, ਸਾਡੇ ਕੋਲ ਸਮਾਂ ਵੀ ਘੱਟ ਰਿਹਾ, ਜਿਸ ਤਰ੍ਹਾਂ ਇੱਕ ਤੁਸੀਂ ਲਾਸਟ ਤੁਸੀਂ ਇਹ ਦੱਸ ਦਿਓ ਵੀ AIBT ਕਾਲਜ ਕਿੱਥੇ ਕਿੱਥੇ ਹੈਗੇ ਆ, ਔਰ ਕਿਹੜੇ ਕਿਹੜੇ ਕੋਰਸਿਸ ਅਵੇਲੇਬਲ ਨੇ ਜੋ ਸਟੂਡੈਂਟ ਨੂੰ ਸੌਖੇ ਤਰੀਕੇ ਦੇ ਨਾਲ ਅੱਗੇ ਜਾ ਕੇ ਫਿਊਚਰ 'ਚ ਵੀ ਹੈਲਪ ਕਰਨ, ਵੀ ਉਹ PR ਲੈ ਸਕਣ ਜਾਂ ਉੱਥੇ ਜਾ ਕੇ ਸਕਸੈਸਫੁਲੀ ਆਪਣੀ ਲਾਈਫ ਜਿਹੜੀ ਹੈ ਜਿਉ ਸਕਣ। AIBT ਦਾ ਹੈੱਡਕੁਆਰਟਰ ਜੋ ਹੈ ਉਹ ਬ੍ਰਿਸਬੇਨ ਦੇ ਵਿੱਚ ਅਪਰ ਮਾਊਂਟ ਗ੍ਰਾਵਟ ਏਰੀਆ ਦੇ ਵਿੱਚ ਹੈ।
ਇਸ ਤੋਂ ਇਲਾਵਾ AIBT ਸਿਡਨੀ ਔਰ ਹੋਬਾਰਟ ਤਸਮਾਨੀਆ ਜੋ ਇੱਕ ਸਟੇਟ ਹੈ ਕੈਪੀਟਲ ਉੱਥੋਂ ਦੀ, ਉੱਥੇ ਵੀ ਪ੍ਰੈਜ਼ੈਂਟ ਹੈ। ਇਹ 3 ਸ਼ਹਿਰਾਂ ਦੇ ਵਿੱਚ AIBT ਪ੍ਰੈਜ਼ੈਂਟ ਹੈ। ਇਸ ਤੋਂ ਇਲਾਵਾ AIBT ਦਾ ਇੱਕ ਹੋਰ ਅਦਾਰਾ ਹੈ ਜਿਹਦਾ ਨਾਮ ਹੈ ਰੀਚ ਕਮਿਊਨਿਟੀ ਕਾਲਜ। ਰੀਚ ਕਮਿਊਨਿਟੀ ਕਾਲਜ ਦੀਆਂ ਵੀ 2-3 ਲੋਕੇਸ਼ਨਸ ਨੇ, ਸਿਡਨੀ ਹੈ, ਹੋਬਾਰਟ ਹੈ ਔਰ ਮੈਲਬਰਨ ਹੈ। ਸੋ ਇਨ ਆਲ ਅਗਰ ਆਪਾਂ ਦੇਖਿਆ ਜਾਵੇ AIBT ਦੇ ਜਿਹੜੇ 4 ਕਾਲਜਸ ਨੇ ਉਹਨਾਂ ਦੀਆਂ 4 ਲੋਕੇਸ਼ਨਸ ਨੇ, 4 ਸ਼ਹਿਰਾਂ ਦੇ ਵਿੱਚ ਪ੍ਰੈਜ਼ੈਂਟ ਨੇ, ਬ੍ਰਿਸਬੇਨ, ਸਿਡਨੀ, ਹੋਬਾਰਟ ਔਰ ਮੈਲਬਰਨ। ਔਰ ਕੋਰਸਿਸ ਦੀ ਗੱਲ ਕਰੀਏ ਓਵਰਆਲ ਤਾਂ ਦੇਰ ਆਰ 100+ ਡਿਫਰੈਂਟ ਕੋਰਸਿਸ ਅਵੇਲੇਬਲ ਐਟ AIBT, ਬਟ ਜਿਸ ਤਰ੍ਹਾਂ ਦੇ ਕੋਰਸਿਸ ਦੀ ਤੁਸੀਂ ਡਿਮਾਂਡ ਕੀਤੀ ਹੈ ਕਿ ਸਾਨੂੰ ਇਹ ਦੱਸੋ, ਤਾਂ ਉਸ ਤਰ੍ਹਾਂ ਦੇ ਕੋਰਸਿਸ ਬਹੁਤ ਸਾਰੇ ਨੇ ਜਿਨ੍ਹਾਂ ਦੇ ਵਿੱਚ ਬੱਚੇ ਨੂੰ ਅੱਗੇ ਚੱਲ ਕੇ ਆਪਦਾ ਫਿਊਚਰ ਬਣਾਉਣ ਦੇ ਵਿੱਚ ਹੈਲਪ ਹੁੰਦੀ ਹੈ, ਇੱਕ ਚੰਗੀ ਜ਼ਿੰਦਗੀ ਜੀਣ ਦੇ ਵਿੱਚ ਹੈਲਪ ਹੁੰਦੀ ਹੈ। ਔਰ ਓਬਵੀਅਸਲੀ PR ਦੇ ਲਈ ਜਾਂਦੇ ਹੈਗੇ ਨੇ ਸਾਰੇ ਬੱਚੇ ਕਿ PR ਕਿਸ ਤਰ੍ਹਾਂ ਲਿੱਤੀ ਜਾ ਸਕਦੀ ਹੈ, ਉਹਦੇ ਲਈ ਹੈਲਪ ਹੁੰਦੀ ਹੈ। ਉਹ ਕੋਰਸਿਸ ਨੇ ਜਿਨ੍ਹਾਂ ਨੂੰ ਆਪਾਂ ਟੈਕਵੈਟ ਕਹਿੰਦੇ ਹੈਗੇ ਆ। ਟੈਕਵੈਟ ਕੋਰਸਿਸ ਦੇ ਵਿੱਚ ਆ ਜਾਂਦਾ ਹੈ, ਤੁਸੀਂ ਇਹ ਲਗਾ ਲਓ ਆਟੋਮੋਟਿਵ ਟੈਕਨੋਲੋਜੀ ਆ ਜਾਂਦੀ ਹੈ, ਇਲੈਕਟ੍ਰੀਕਲ ਟੈਕਨੋਲੋਜੀ ਆ ਜਾਂਦੀ ਹੈ, AC ਐਂਡ ਰੈਫਰੀਜਰੇਸ਼ਨ, ਸਿਵਲ ਕੰਸਟਰਕਸ਼ਨ ਐਂਡ ਡਿਜ਼ਾਈਨ, ਐਂਡ ਇਸ ਤੋਂ ਇਲਾਵਾ ਪੇਂਟਿੰਗ ਐਂਡ ਡੈਕੋਰੇਟਿੰਗ, ਇਸ ਤਰ੍ਹਾਂ ਦਾ ਕੋਰਸ ਹੈ। ਸਾਰੇ ਕੋਰਸਿਸ ਅਵੇਲੇਬਲ ਨੇ AIBT ਜਾਂ ਇਸ ਦੇ ਕਿਸੇ ਨਾ ਕਿਸੇ ਅਲਾਈਡ ਕਾਲਜ ਦੇ ਵਿੱਚ। ਔਰ ਸਾਰੇ ਕੋਰਸਿਸ ਇਸ ਤਰ੍ਹਾਂ ਦੇ ਕੋਰਸਿਸ ਨੇ ਜੋ ਬੱਚੇ ਨੂੰ ਫਿਊਚਰ ਦੇ ਵਿੱਚ ਨੋਮੀਨੇਸ਼ਨ ਲੈਣ ਦੇ ਲਈ ਹੈਲਪ ਕਰਦੇ ਆ। ਤੇ ਬਹੁਤ ਹੀ ਅੱਛੀ ਜਾਣਕਾਰੀ ਦਿੱਤੀ ਹੈ ਸਰ ਨੇ। ਸਾਡੇ ਨਾਲ ਸੀਗੇ AIBT ਤੋਂ ਬਲੇਸ਼ ਸ਼ਰਮਾ ਜੀ ਔਰ ਨਾਲ ਦੇ ਨਾਲ AVM ਗਲੋਬਲ ਤੋਂ ਅਮਨ ਜੀ, ਜਿਨ੍ਹਾਂ ਨੇ ਬਹੁਤ ਅੱਛੀ ਜਾਣਕਾਰੀ ਦਿੱਤੀ ਹੈ। ਇਹਨਾਂ ਦਾ ਜਿਹੜਾ ਨੰਬਰ ਹੈ ਅਸੀਂ ਸਕਰੀਨ ਦੇ ਉੱਤੇ ਡਿਸਪਲੇ ਕਰ ਦੇਵਾਂਗੇ। ਤੁਹਾਡਾ ਕੋਈ ਵੀ ਸਵਾਲ ਹੈ, ਤੁਸੀਂ ਆਸਟ੍ਰੇਲੀਆ ਸਟੱਡੀ ਵੀਜ਼ੇ ਬਾਰੇ ਪੁੱਛਣਾ ਹੈ, GT ਨੂੰ ਲੈ ਕੇ ਪ੍ਰੋਬਲਮਸ ਆ ਰਹੀਆਂ, ਔਰ ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਵਾਬ ਲੈ ਸਕਦੇ ਹੋ। ਪੂਰੀ AVM ਦੀ ਐਕਸਪਰਟ ਟੀਮ ਹੈ ਤੁਹਾਡੇ ਸਵਾਲਾਂ ਦੇ ਜਵਾਬ ਦੇ ਲਈ ਤਿਆਰ ਹੈ। ਸਰ ਇੱਕ ਸਵਾਲ ਮੈਂ ਜਾਂਦੇ ਜਾਂਦੇ ਤੁਹਾਨੂੰ ਪੁੱਛੂੰਗਾ ਵੀ ਜਿੱਦਾਂ ਇਹ ਤੁਸੀਂ ਹੁਣੇ ਆਪਾਂ ਆਸਟ੍ਰੇਲੀਆ ਦੀ ਜਿੱਦਾਂ ਗੱਲ ਕਰ ਰਹੇ ਸੀ, ਕੁਛ ਚੇਂਜਿੰਗ ਦਾ ਵੀ ਥੋੜ੍ਹਾ ਰੌਲਾ ਪੈ ਰਿਹਾ, ਜਿਵੇਂ ਕੈਨੇਡਾ ਦੇ ਵਿੱਚ ਚੇਂਜਿੰਗ ਹੋਇਆ ਤੇ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਜਿਹੜੀ GT ਨੂੰ ਲੈ ਕੇ ਕਾਫੀ ਲੰਬਾ ਸਮਾਂ ਲੱਗ ਰਿਹਾ, GST ਹੋ ਰਿਹਾ, ਉਸ ਦੇ ਵਿੱਚ ਸਟੂਡੈਂਟ ਨੂੰ ਕੀ ਕੋਈ ਬੈਨੀਫਿਟ ਹੋ ਸਕਦਾ? ਦੇਖੋ, ਜਿਸ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਹਜੇ ਤੱਕ ਇੰਪਲੀਮੈਂਟ ਹੋਈ ਨਹੀਂ ਹੈ, ਬਟ ਉਹ ਐਂਟੀਸਿਪੇਟਡ ਹੈ ਕਿ ਇੰਪਲੀਮੈਂਟ ਹੋਏਗੀ। ਬਿਕਾਜ਼ ਆਸਟ੍ਰੇਲੀਆ ਦਾ ਜੋ ਕਰੰਟ ਵੀਜ਼ਾ ਪ੍ਰੋਸੈਸ ਹੈ, SSVF ਕਹਿੰਦੇ ਨੇ, ਸਿੰਪਲੀਫਾਈਡ ਸਟੂਡੈਂਟ ਵੀਜ਼ਾ ਫਰੇਮਵਰਕ, ਉਹ ਆਲਮੋਸਟ 7 ਸਾਲ ਤੋਂ ਜ਼ਿਆਦਾ ਪੁਰਾਣਾ ਹੋ ਚੁੱਕਾ ਹੈ। 2016 ਦੇ ਵਿੱਚ ਇੰਪਲੀਮੈਂਟ ਹੋਇਆ ਸੀ ਔਰ ਨਿਊਜ਼ੀਲੈਂਡ ਨੇ ਇੰਪਲੀਮੈਂਟ ਕੀਤਾ ਹੈ, ਕੈਨੇਡਾ ਨੇ ਇੰਪਲੀਮੈਂਟ ਕੀਤਾ ਹੈ। ਜਿਹੜਾ GIC ਵਾਲਾ ਸਿਸਟਮ ਹੈ ਜਾਂ ਨਿਊਜ਼ੀਲੈਂਡ ਦੇ ਵਿੱਚ ਆਈ ਡੋਂਟ ਨੋ ਕੀ ਕਹਿੰਦੇ ਨੇ, ਉਹ ਵੀ FTS ਕਹਿੰਦੇ ਨੇ। ਤਾਂ ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਦੇ ਵੀਜ਼ਾ ਫਾਈਨੈਂਸਿਸ ਕਰਕੇ ਰਿਫਿਊਜ਼ ਹੁੰਦੇ ਸੀ, ਉਹ ਵਾਲੇ ਸਟੂਡੈਂਟਸ ਜਿਹੜੇ ਹੈਗੇ ਉਹਨਾਂ ਲਈ ਚੰਗੀ ਖਬਰ ਉਮੀਦ ਹੈ ਕਿ ਆਏਗੀ ਕਿ GIC ਜਾਂ FTS ਵਰਗੀ ਕੋਈ ਨਾ ਕੋਈ ਇਨਸਟਰੂਮੈਂਟ ਆਸਟ੍ਰੇਲੀਆ ਇੰਟਰੋਡਿਊਸ ਕਰੇਗਾ, ਸੋ ਦੈਟ ਬੱਚਿਆਂ ਨੂੰ ਜੋ ਪਾਰਟਿਕੂਲਰਲੀ ਅਗਰ ਆਪਾਂ ਆਪਣੇ ਇੰਡੀਆ ਦੇ ਜੋ ਲੈਵਲ 3 ਦੇ ਵਿੱਚ ਆਉਂਦੀ ਹੈ ਕੰਟਰੀ, ਇੱਥੋਂ ਦੇ ਸਟੂਡੈਂਟ ਹੈਗੇ ਨੇ, ਉਹਨਾਂ ਨੂੰ ਆਪਣੇ ਫੰਡਸ ਸ਼ੋਅ ਕਰਨ ਦੀ ਜਗ੍ਹਾ ਤੇ ਇੱਕ ਸਰਟੀਫਿਕੇਟ ਖਰੀਦਣਾ ਹੋਏਗਾ। ਇਹ ਐਂਟੀਸਿਪੇਟਡ ਹੈ, ਮੈਂ ਇਹ ਨਹੀਂ ਕਹੂੰਗਾ ਕਿ ਇਹ ਚੀਜ਼ ਇੰਪਲੀਮੈਂਟ ਹੋ ਗਈ ਹੈ, ਬਟ ਐਂਟੀਸਿਪੇਟਡ ਹੈ। ਕੋਈ ਸੋਲਿਟਰੀ ਜਾਂ ਕੋਈ ਸਟੇਟਮੈਂਟਸ ਆਈਆਂ ਹੈਗੀਆਂ ਨੇ, ਗਵਰਨਮੈਂਟ ਕੋਈ ਹਜੇ ਤੱਕ ਖੁੱਲ੍ਹ ਕੇ ਸਟੇਟਮੈਂਟ ਕਿਸੇ ਵੀ ਚੀਜ਼ ਬਾਰੇ ਨਹੀਂ ਆਈ ਹੈ। ਜਿਵੇਂ ਸਰ ਨੇ ਦੱਸਿਆ ਕਿ ਚੇਂਜਿੰਗ ਆ ਸਕਦੇ ਹੈ, ਪਰ ਹਜੇ ਕੋਈ ਵੀ ਇਸ ਤਰ੍ਹਾਂ ਦੀ ਚੇਂਜਿੰਗ ਨਹੀਂ ਹੋਈ। ਜਿਸ ਤਰ੍ਹਾਂ ਵੀ ਕੋਈ ਚੇਂਜਿੰਗ ਹੁੰਦੀ ਹੈ ਅਸੀਂ ਫਿਰ ਤੁਹਾਡੇ ਰੂਬਰੂ ਕਰਾਵਾਂਗੇ, ਸਰ ਤੋਂ ਸਮਾਂ ਲੈ ਕੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਤੇ AVM ਗਲੋਬਲ ਤੋਂ ਅਮਨ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸਤਿ ਸ਼੍ਰੀ ਅਕਾਲ।